ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਵੇਖਣ ਦੇ ਲਈ ਆਪਣਾ ਕੀਮਤੀ ਸਮਾਂ ਦਿੰਦੇ ਹੋ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਹਾਨੂੰ ਸਾਡੇ ਇਹਨਾਂ ਪ੍ਰੋਗਰਾਮਾਂ ਦਾ ਲਾਭ ਮਿਲ ਰਿਹਾ ਹੋਵੇਗਾ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੇ ਸੁਪਨੇ ਬਾਰੇ ਗੌਰ ਕਰ ਰਹੇ ਸੀ। ਉਸ ਦੇ ਵਿੱਚੋਂ ਅਸੀਂ ਮਸੀਹ ਵਿਰੋਧੀ ਅਤੇ ਉਸ ਦੀ ਵਿਸ਼ੇਸ਼ਤਾਵਾਂ ਦੇ ਬਾਰੇ ਜਾਣਿਆ। ਅਸੀਂ ਜਾਣਿਆ ਕਿ ਜਦੋਂ ਉਹ ਪ੍ਰਗਟ ਹੋਏਗਾ ਤਾਂ ਇਸ ਸੰਸਾਰ ਦੇ ਹਾਲਾਤ ਕਿਹੋ ਜਿਹੇ ਹੋਣਗੇ। ਅਸੀਂ ਸੰਸਾਰ ਦੇ ਉੱਤੇ ਹੋਣ ਵਾਲੇ ਉਸ ਦੇ ਪ੍ਰਭਾਵਾਂ ਨੂੰ ਜਾਣਿਆ। ਅਸੀਂ ਜਾਣਿਆ ਕਿ ਉਹ ਇੱਕ ਚਲਾਕ ਅਤੇ ਰਾਜਨੀਤੀ ਦੇ ਵਿੱਚ ਮਾਹਿਰ ਹੋਏਗਾ। ਅਸੀਂ ਉਸ ਦੇ ਰਾਜ ਬਾਰੇ ਜਾਣਿਆ ਕਿ ਉਸ ਦਾ ਰਾਜ ਮਸੀਹੀ ਲੋਕਾਂ ਦੇ ਲਈ ਕਿੰਨਾ ਮੁਸ਼ਕਿਲ ਭਰਿਆ ਹੋਏਗਾ। ਸਾਡਾ ਅੱਜ ਦਾ ਪ੍ਰੋਗਰਾਮ ਮਹਾਕਲੇਸ਼ ਦੇ ਬਾਰੇ ਹੋਏਗਾ। ਇਸ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੋਏਗੀ। ਨੰਬਰ 1, ਕਲੇਸ਼ ਇੱਕ ਭਵਿੱਖ ਦੀ ਘਟਨਾ। ਨੰਬਰ 2, ਕਲੇਸ਼ ਕਲੀਸਿਆ ਦੇ ਲਈ ਨਹੀਂ ਹੈ। ਇਸ ਦੇ ਵਿੱਚ ਅਸੀਂ ਜਿਨ੍ਹਾਂ ਗੱਲਾਂ ਦੇ ਉੱਤੇ ਗੌਰ ਕਰਾਂਗੇ ਉਹ ਹਨ: ਧਰਮ ਤਿਆਗ ਦਾ ਅਹਿਸਾਸ ਕੀਤਾ ਜਾਏਗਾ, ਮਸੀਹ ਵਿਰੋਧੀ ਪ੍ਰਗਟ ਹੋ ਜਾਏਗਾ, ਕਾਬੂ ਵਿੱਚ ਰੱਖਣ ਵਾਲਾ ਹਟਾ ਦਿੱਤਾ ਜਾਏਗਾ, ਕਲੀਸਿਆ ਸਵਰਗ ਦੇ ਵਿੱਚ ਹੈ। ਇਸ ਦੇ ਵਿੱਚ ਅਸੀਂ ਵੇਖਾਂਗੇ ਨੰਬਰ 1, ਸਵਰਗ ਦੇ ਵਿੱਚ 24 ਬਜ਼ੁਰਗਾਂ ਦੀ ਮੌਜੂਦਗੀ ਇਸ ਨੂੰ ਸਾਬਿਤ ਕਰਦੀ ਹੈ। ਨੰਬਰ 2, ਨਵੇਂ ਨੇਮ ਦੇ ਵਾਅਦੇ ਇਸ ਨੂੰ ਸਾਬਿਤ ਕਰਦੇ ਹਨ। ਨੰਬਰ 3, ਪੁਰਾਣੇ ਨੇਮ ਦੀ ਸਿੱਖਿਆ ਇਸ ਨੂੰ ਸਾਬਿਤ ਕਰਦੀ ਹੈ। ਸੋ ਦੋਸਤੋ, ਆਓ ਆਪਣੇ ਅੱਜ ਦੇ ਅਧਿਐਨ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਤੁਸੀਂ ਸਾਡੇ ਨਾਲ ਅਖੀਰ ਤੱਕ ਬਣੇ ਰਹੋ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਜ਼ਰੂਰ ਆਸ਼ੀਸ਼ ਪਾਓਗੇ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰਦੇ ਹਾਂ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तैथों बख्शिश लेके ही जाना, तैथों बख्शिश लेके ही जाना, ते खाली हाथ नहीं जाना। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तेरे नाम उत्ते लाई असी सारी जिंदगानी, तेरे नाम उत्ते लाई असी सारी जिंदगानी। आप हथीं अज लिख एह अमर कहानी, एह अमर कहानी, एह अमर कहानी। ओ रब्बा मेरे मेहर करी, तेरे बिन मेरा मुल नहीं हो आना। ओ रब्बा मेरे मेहर करी, तेरे दर ते खड़ा मैं दी
ਸਰੋਤਾ ਦੋਸਤੋ, ਅੱਜ ਦੇ ਇਸ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਕਲੇਸ਼ ਇੱਕ ਭਵਿੱਖ ਦੀ ਘਟਨਾ। ਨੰਬਰ 2, ਕਲੇਸ਼ ਕਲੀਸਿਆ ਲਈ ਨਹੀਂ ਹੈ। ਭਾਗ ਊੜਾ, ਧਰਮ ਤਿਆਗ ਦਾ ਅਹਿਸਾਸ ਕੀਤਾ ਜਾਵੇਗਾ। ਭਾਗ ਐੜਾ, ਮਸੀਹ ਵਿਰੋਧੀ ਪ੍ਰਗਟ ਹੋ ਜਾਵੇਗਾ। ਭਾਗ ਈੜੀ, ਕਾਬੂ ਵਿੱਚ ਰੱਖਣ ਵਾਲਾ ਹਟਾ ਦਿੱਤਾ ਜਾਵੇਗਾ। ਭਾਗ ਸੱਸਾ, ਕਲੀਸਿਆ ਸਵਰਗ ਵਿੱਚ ਹੈ। ਨੰਬਰ 1, ਸਵਰਗ ਵਿੱਚ 24 ਐਲਡਰਾਂ ਦੀ ਹਜ਼ੂਰੀ ਇਸ ਨੂੰ ਸਾਬਤ ਕਰਦੀ ਹੈ। ਨੰਬਰ 2, ਨਵੇਂ ਨੇਮ ਦੇ ਵਾਅਦੇ ਇਸ ਨੂੰ ਸਾਬਤ ਕਰਦੇ ਹਨ। ਨੰਬਰ 3, ਪੁਰਾਣੇ ਨੇਮ ਦੀ ਸਿੱਖਿਆ ਇਸ ਨੂੰ ਸਾਬਤ ਕਰਦੀ ਹੈ। ਧਰਮ ਸ਼ਾਸਤਰ ਅਤੇ ਪਰਮੇਸ਼ਰ ਦਾ ਵਚਨ ਅਤੇ ਭਵਿੱਖਬਾਣੀ ਵਿੱਚ ਅਸੀਂ ਮੂਲ ਰੂਪ ਵਿੱਚ 4 ਗੱਲਾਂ ਅਲੱਗ-ਅਲੱਗ ਚੀਜ਼ਾਂ ਦੇ ਬਾਰੇ ਲੋਕਾਂ ਨੂੰ ਕਲੇਸ਼ ਦੇ ਬਾਰੇ ਕਹਿੰਦੇ ਹੋਏ ਸੁਣਦੇ ਹਾਂ। 4 ਅਲੱਗ-ਅਲੱਗ ਵਿਚਾਰ, ਅਤੇ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਉਹਨਾਂ 4 ਵਿਚਾਰਿਆਂ ਦੀ ਵਿਆਖਿਆ ਕਰਕੇ ਸਮਝਾਵਾਂ। ਸਭ ਤੋਂ ਪਹਿਲਾਂ ਵਿਚਾਰ ਹੈ ਜੋ ਕਲੇਸ਼ ਦੇ ਬਾਅਦ ਦੇ ਬਾਰੇ ਦੱਸਦਾ ਹੈ। ਇਹ ਦੱਸਦਾ ਹੈ ਕਲੇਸ਼ ਦੇ ਬਾਅਦ ਕਲੀਸਿਆ ਨੂੰ 7 ਸਾਲ ਦੇ ਕਲੇਸ਼ ਵਿੱਚ ਜਾਣਾ ਪਵੇਗਾ ਅਤੇ ਅੰਤ ਵਿੱਚ ਸਭ ਕੁਝ ਹੋ ਜਾਵੇਗਾ ਤਾਂ ਕਲੀਸਿਆ ਦਾ ਰੈਪਚਰ ਹੋ ਜਾਵੇਗਾ ਅਤੇ ਉਹ ਪ੍ਰਭੂ ਦੇ ਨਾਲ ਆਪਣੇ ਘਰ ਵਿੱਚ ਚਲੀ ਜਾਵੇਗੀ। ਇਹ ਵਿਚਾਰ ਦੱਸਦਾ ਹੈ ਕਿ ਕਲੀਸਿਆਵਾਂ ਨੂੰ 7 ਸਾਲ ਦੇ ਕਲੇਸ਼ ਵਿੱਚੋਂ ਗੁਜ਼ਰਨਾ ਪਵੇਗਾ, ਜਿਸ ਦੇ ਬਾਰੇ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਇਹ ਇੱਕ ਮਹਾਨ ਦੁੱਖ ਦੇ ਸਮੇਂ ਹੋਣਗੇ। ਕਲੀਸਿਆ ਇਸ ਵਿੱਚੋਂ ਗੁਜ਼ਰੇਗੀ ਅਤੇ ਤਾਂ ਰੈਪਚਰ ਹੋਵੇਗਾ। ਇੱਕ ਹੋਰ ਵਿਚਾਰ ਹੈ ਜੋ ਕਲੇਸ਼ ਦੇ ਅੱਧ ਵਿੱਚ ਰੈਪਚਰ ਦੇ ਬਾਰੇ ਦੱਸਦਾ ਹੈ। ਇਸ ਵਿਚਾਰ ਦੇ ਅਨੁਸਾਰ 3.5 ਸਾਲ ਦੇ ਬਾਅਦ ਕਲੀਸਿਆ ਦਾ ਰੈਪਚਰ ਹੋ ਜਾਵੇਗਾ ਅਤੇ ਉਹ ਉੱਤੇ ਚਲੀ ਜਾਵੇਗੀ ਅਤੇ ਬਾਕੀ ਕਲੇਸ਼ ਦੇ ਅੱਧੇ ਸਮੇਂ ਤੋਂ ਬਚ ਜਾਏਗੀ, ਜੋ ਬਹੁਤ ਹੀ ਖਤਰਨਾਕ ਹੋਏਗਾ। ਇਸ ਲਈ ਕਿਉਂ ਜੋ ਪ੍ਰਭੂ ਕਲੀਸਿਆ ਨੂੰ 3.5 ਸਾਲ ਲਈ ਕਲੇਸ਼ ਵਿੱਚ ਜਾਣ ਦੇਵੇਗਾ, ਤਦ ਰੈਪਚਰ ਹੋਵੇਗਾ ਅਤੇ ਆਖਰੀ 3.5 ਸਾਲ ਕਲੀਸਿਆ ਧਰਤੀ ਤੇ ਨਹੀਂ ਹੋਵੇਗੀ। ਹੁਣ ਇੱਕ ਹੋਰ ਵਿਚਾਰ ਹੈ ਜਿਸ ਦਾ ਅਸੀਂ ਸਮਰਥਨ ਕਰਦੇ ਹਾਂ ਅਤੇ ਅਸੀਂ ਆਪਣੇ ਮਤ ਦੇ ਅਨੁਸਾਰ ਵਿਸ਼ਵਾਸ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਇਹ ਸਿਧਾਂਤ ਦੱਸਦਾ ਹੈ ਕਿ ਕਲੇਸ਼ ਤੋਂ ਪਹਿਲਾਂ ਰੈਪਚਰ ਹੋ ਜਾਵੇਗਾ। ਕਲੇਸ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਲੀਸਿਆ ਦਾ ਰੈਪਚਰ ਹੋ ਜਾਵੇਗਾ। ਇਹ ਹੀ ਉਹ ਹੈ ਜਿਸ ਦੇ ਬਾਰੇ ਅਸੀਂ ਵਿਸ਼ਵਾਸ ਕਰਦੇ ਹਾਂ। ਸਭ ਤੋਂ ਪਹਿਲਾਂ ਧਰਤੀ ਉੱਤੇ ਕਲੇਸ਼ ਦੇ ਸਮੇਂ ਯਹੂਦੀਆਂ ਦੇ ਵਿਰੋਧ ਨੂੰ ਸ਼ੁੱਧ ਕਰਨਾ ਹੈ। ਹਿਜ਼ਕੀਏਲ 20 ਅਧਿਆਏ 37 ਤੇ 38 ਵਚਨ ਦੱਸਦੇ ਹਨ, ਅਤੇ ਮੈਂ ਤੁਹਾਨੂੰ ਆਸੇ ਦੇ ਹੇਠੋਂ ਦੀ ਲਗਾਵਾਂਗਾ ਮਹਾਕਲੇਸ਼, ਅਤੇ ਮੈਂ ਤੁਹਾਡੇ ਵਿੱਚੋਂ ਉਹਨਾਂ ਨੂੰ ਜਿਹੜੇ ਮੇਰੇ ਵਿਰੁੱਧ ਆਕੀ ਹਨ ਅੱਡ ਕਰਾਂਗਾ। ਮੈਂ ਉਹਨਾਂ ਨੂੰ ਉਸ ਦੇਸ਼ ਵਿੱਚੋਂ ਜਿੱਥੇ ਉਹ ਪਰਦੇਸ਼ੀ ਹਨ ਬਾਹਰ ਕੱਢ ਲਿਆਵਾਂਗਾ, ਪਰ ਉਹ ਇਜ਼ਰਾਈਲ ਦੇਸ਼ ਵਿੱਚ ਨਾ ਵੰਡ ਗਏ। ਕਲੇਸ਼ ਦੇ ਸਮੇਂ ਲਈ ਦੂਜਾ ਕਾਰਨ ਇਹ ਹੈ ਕਿ ਉਸ ਵੱਡੀ ਭੀੜ ਨੂੰ ਦੰਡ ਦੇਣਾ ਜਿਨ੍ਹਾਂ ਨੇ ਪਰਮੇਸ਼ਰ ਦਾ ਇਨਕਾਰ ਕਰ ਦਿੱਤਾ ਹੈ। ਮੀਕਾ 5 ਅਧਿਆਏ 15 ਵਚਨ, ਮੈਂ ਕ੍ਰੋਧ ਅਤੇ ਗੁੱਸੇ ਨਾਲ ਉਹਨਾਂ ਕੌਮਾਂ ਦਾ ਬਦਲਾ ਲਵਾਂਗਾ ਜਿਨ੍ਹਾਂ ਨੇ ਸੁਣਿਆ ਨਹੀਂ। ਇਸ ਲਈ ਬਾਈਬਲ ਦੱਸਦੀ ਹੈ ਕਿ 7 ਸਾਲ ਦੇ ਇਸ ਸਮੇਂ ਵਿੱਚ ਪਰਮੇਸ਼ਰ ਦਾ ਕ੍ਰੋਧ ਖਾਸ ਕਰਕੇ ਯਹੂਦੀਆਂ ਤੇ ਆਉਣ ਜਾ ਰਿਹਾ ਹੈ ਅਤੇ ਨਾਲ ਹੀ ਉਸ ਵੱਡੀ ਭੀੜ ਉੱਤੇ ਜਿਨ੍ਹਾਂ ਨੇ ਉਸ ਸਮੇਂ ਮਸੀਹ ਦਾ ਇਨਕਾਰ ਕੀਤਾ ਹੋਵੇਗਾ। ਕਲੇਸ਼ ਦੇ ਸਮੇਂ ਦੀ ਪਰਿਭਾਸ਼ਾ ਚੰਗੀ ਤਰ੍ਹਾਂ ਸਾਨੂੰ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਵਿੱਚ ਦਿੱਤੀ ਗਈ ਹੈ। ਮੈਂ ਚਾਹੁੰਦਾ ਹਾਂ ਕਿ ਜਲਦੀ ਹੀ ਤੁਹਾਨੂੰ ਇਸ ਕਿਤਾਬ ਵਿੱਚੋਂ ਦੱਸਾਂ। ਇਹ ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਇਸ ਨੂੰ ਸਮਝ ਲਵੋ। ਹੁਣ ਤੁਸੀਂ ਆਪਣੀ ਬਾਈਬਲ ਖੋਲ ਕੇ ਪ੍ਰਕਾਸ਼ ਦੀ ਪੋਥੀ ਦੇ ਪਹਿਲੇ ਅਧਿਆਇ ਵਿੱਚ ਚਲੋ। ਮੈਂ ਲੋਕਾਂ ਕੋਲੋਂ ਇਹ ਕਈ ਵਾਰ ਸੁਣਿਆ ਹੈ ਕਿ ਉਹਨਾਂ ਨੇ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਨੂੰ ਕਦੇ ਨਹੀਂ ਪੜ੍ਹਿਆ ਕਿਉਂਕਿ ਇਸ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਹੋ ਸਕਦਾ ਹੈ ਤੁਹਾਨੂੰ ਵੀ ਇਸ ਕਿਤਾਬ ਨੂੰ ਸਮਝਣ ਵਿੱਚ ਪਰੇਸ਼ਾਨੀ ਹੋਵੇ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਬਾਈਬਲ ਵਿੱਚ ਪ੍ਰਕਾਸ਼ ਦੀ ਪੋਥੀ ਕਿਤਾਬ ਨੂੰ ਸਮਝਣਾ ਸਭ ਤੋਂ ਆਸਾਨ ਹੈ। ਤੁਸੀਂ ਪੁੱਛ ਸਕਦੇ ਹੋ, ਸ਼ਾਇਦ ਮੇਰੇ ਕੋਲ ਸਹੀ ਕਿਤਾਬ ਨਾ ਹੋਵੇ, ਸ਼ਾਇਦ ਇਸ ਕਿਤਾਬ ਦੀ ਵਿਆਖਿਆ ਠੀਕ ਨਾ ਕੀਤੀ ਹੋਵੇ। ਮੈਂ ਤੁਹਾਨੂੰ ਦੱਸਦਾ ਹਾਂ ਕਿ ਇਸ ਦਾ ਸਹੀ ਹੋਣ ਦਾ ਕੀ ਕਾਰਨ ਹੈ। ਇਹ ਆਪਣੀ ਵਿਆਖਿਆ ਆਪ ਕਰਦੀ ਹੈ। ਇਹ ਉਹ ਕਿਤਾਬ ਹੈ ਜੋ ਤੁਹਾਨੂੰ ਦੱਸਦੀ ਹੈ ਕਿ ਚਿੰਨ੍ਹ ਕੀ ਹਨ, ਅਤੇ ਤਦ ਜਦ ਇਸ ਨੂੰ ਪੜ੍ਹਦੇ ਹੋ ਇਹ ਤੁਹਾਨੂੰ ਦੱਸੇਗੀ ਕਿ ਇਹਨਾਂ ਚਿੰਨ੍ਹਾਂ ਦਾ ਕੀ ਅਰਥ ਹੈ। ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਵਿੱਚ ਬਾਰ-ਬਾਰ ਕੁਝ ਸੂਚਨਾਵਾਂ ਦਿੱਤੀਆਂ ਗਈਆਂ ਹਨ ਅਤੇ ਫਿਰ ਇਸ ਦੀ ਵਿਆਖਿਆ ਕੀਤੀ ਗਈ ਹੈ। ਇੰਨਾ ਹੀ ਨਹੀਂ, ਇਸ ਕਿਤਾਬ ਦੀ ਸ਼ੁਰੂਆਤ ਵਿੱਚ ਸਾਨੂੰ ਇਸ ਕਿਤਾਬ ਦੀ ਰੂਪ-ਰੇਖਾ ਸ਼ੁਰੂ ਵਿੱਚ ਹੀ ਦੱਸ ਦਿੱਤੀ ਗਈ ਹੈ। ਇਸ ਕਿਤਾਬ ਦੇ ਅਧਿਆਏ
1 ਦੀ 19 ਐਤ ਨੂੰ ਧਿਆਨ ਨਾਲ ਵੇਖੋ। ਜਦ ਪ੍ਰਭੂ ਯਹੂਨਾ ਕੋਲ ਆਇਆ ਅਤੇ ਉਸ ਨੇ ਉਸ ਨੂੰ ਆਖਿਆ, ਪ੍ਰਕਾਸ਼ ਦੀ ਪੋਥੀ ਲਿਖ। ਉਸ ਨੇ ਉਸ ਨੂੰ ਲਿਖਣ ਦੀ ਇੱਕ ਰੂਪ ਰੇਖਾ ਦਿੱਤੀ। ਉਹ ਰੂਪ ਰੇਖਾ ਇਹ ਹੈ, ਇਸ ਲਈ ਜੋ ਕੁਝ ਤੈਂ ਵੇਖਿਆ, ਜੋ ਕੁਝ ਹੈ ਅਤੇ ਜੋ ਕੁਝ ਇਹਦੇ ਮਗਰੋਂ ਹੋਣ ਵਾਲਾ ਹੈ, ਸੋ ਤੂੰ ਲਿਖ ਛੱਡ। ਪ੍ਰਕਾਸ਼ ਦੀ ਪੋਥੀ ਦੀ ਰੂਪ ਰੇਖਾ 3 ਪਰਤਾਂ ਵਿੱਚ ਹੈ। ਉਹ ਚੀਜ਼ਾਂ ਜੋ ਯਹੂਨਾ ਨੇ ਵੇਖੀਆਂ, ਉਹ ਚੀਜ਼ਾਂ ਜੋ ਸੀ, ਅਤੇ ਉਹ ਚੀਜ਼ਾਂ ਜੋ ਇਸ ਦੇ ਬਾਅਦ ਹੋਣੀਆਂ ਸਨ, ਅਤੇ ਇਹਨਾਂ ਸਭ ਗੱਲਾਂ ਨੂੰ ਅਧਿਆਏ ਵਿੱਚ ਵੰਡ ਦਿੱਤਾ। ਇਸ ਕਿਤਾਬ ਦੇ ਪਹਿਲੇ ਅਧਿਆਏ ਵਿੱਚ 1 ਵਚਨ ਤੋਂ ਲੈ ਕੇ 20 ਵਚਨਾਂ ਵਿੱਚ ਉਹ ਚੀਜ਼ਾਂ ਹਨ ਜੋ ਯਹੂਨਾ ਨੇ ਵੇਖੀਆਂ ਜਦ ਉਹ ਟਾਪੂ ਵਿੱਚ ਸੀ। ਪ੍ਰਕਾਸ਼ ਦੀ ਪੋਥੀ 1 ਅਧਿਆਏ 1 ਵਚਨ ਤੋਂ ਲੈ ਕੇ 20 ਵਚਨ ਵਿੱਚ ਉਹ ਚੀਜ਼ਾਂ ਜੋ ਤੂੰ ਵੇਖੀਆਂ। ਅਧਿਆਏ 2 1 ਵਚਨ ਵਿੱਚ ਸ਼ੁਰੂਆਤ ਹੁੰਦੀ ਹੈ, ਜੋ ਚੀਜ਼ਾਂ ਜੋ ਸਨ। ਅਧਿਆਏ 2 ਅਤੇ 3 ਵਿੱਚ 7 ਕਲੀਸਿਆਂ ਦੇ ਬਾਰੇ ਬਿਆਨ ਹੈ। ਮੈਂ ਜਾਣਦਾ ਹਾਂ ਕਈ ਵਾਰ ਇਹਨਾਂ ਕਲੀਸਿਆਂ ਵਿੱਚ ਅਧਿਆਏ 2 ਅਤੇ 3 ਵਿੱਚ ਉਹਨਾਂ ਚੀਜ਼ਾਂ ਦਾ ਬਿਆਨ ਹੈ ਜੋ ਹਨ। ਨੰਬਰ 1, ਕਲੇਸ਼ ਇੱਕ ਭਵਿੱਖ ਦੀ ਘਟਨਾ ਹੈ। ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਦੇ ਅਧਿਆਏ 4 ਦੀ ਸ਼ੁਰੂਆਤ ਤੋਂ ਹੀ ਤੁਸੀਂ ਉਹ ਚੀਜ਼ਾਂ ਵੇਖਦੇ ਹੋ ਜੋ ਇਸ ਤੋਂ ਬਾਅਦ ਹੋਣੀਆਂ ਹਨ। ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਪ੍ਰਕਾਸ਼ ਦੀ ਪੋਥੀ ਨੂੰ ਸਮਝਿਆ ਜਾਏ ਤਾਂ ਇਹ ਬਹੁਤ ਆਸਾਨ ਹੈ। ਅਧਿਆਏ 1 ਤੋਂ ਲੈ ਕੇ 1 ਵਚਨ ਤੋਂ 20 ਵਚਨ ਵਿੱਚ ਉਹ ਚੀਜ਼ਾਂ ਹਨ ਜਿਨ੍ਹਾਂ ਨੂੰ ਯਹੂਨਾ ਨੇ ਪਤਮਸ ਟਾਪੂ ਤੇ ਵੇਖਿਆ। ਅਧਿਆਏ 2 ਅਤੇ 3 ਵਿੱਚ ਉਹ ਚੀਜ਼ਾਂ ਹਨ ਜੋ 7 ਕਲੀਸਿਆਂ ਹਨ, ਅਤੇ ਅਧਿਆਏ 4 ਤੋਂ ਕਿਤਾਬ ਦੇ ਆਖਰੀ ਤੱਕ ਉਹ ਚੀਜ਼ਾਂ ਹਨ ਜੋ ਹੋਣ ਤੋਂ ਬਾਅਦ ਹੋਣਗੀਆਂ, ਭਵਿੱਖਬਾਣੀਆਂ। ਹੁਣ ਧਿਆਨ ਨਾਲ ਸੁਣੋ। ਪ੍ਰਕਾਸ਼ ਦੀ ਪੋਥੀ ਦੇ ਅਧਿਆਏ 4 ਦੀ ਸ਼ੁਰੂਆਤ ਤੋਂ ਅਧਿਆਏ 19 ਵਿੱਚ ਹੁੰਦੇ ਹੋਏ ਉਹ ਸਭ ਖਬਰਾਂ ਦਿੱਤੀਆਂ ਗਈਆਂ ਹਨ ਜੋ ਉਸ ਸਮੇਂ ਵਿੱਚ, ਜਿਸ ਨੂੰ ਅਸੀਂ ਕਲੇਸ਼ ਦਾ ਸਮਾਂ ਕਹਿੰਦੇ ਹਾਂ, ਹੋਣ ਜਾ ਰਹੀਆਂ ਹਨ। ਸ਼ਾਸਤਰ ਦੇ ਇਸ ਭਾਗ ਵਿੱਚ ਤੁਸੀਂ ਵੇਖੋਗੇ ਨਿਉ, ਕਟੋਰੇ, ਤੁਰੀਆਂ, ਸੀਲਾਂ ਅਤੇ ਇਹ ਸਭ ਕੁਝ ਜੋ ਪਰਮੇਸ਼ਰ ਦੇ ਕ੍ਰੋਧ ਨੂੰ ਪ੍ਰਗਟ ਕਰਦੀਆਂ ਹਨ ਜੋ ਧਰਤੀ ਉੱਤੇ ਆਉਣ ਵਾਲਾ ਹੈ। ਅਧਿਆਏ 4 ਤੋਂ 19 ਕਲੇਸ਼ ਦੇ ਬਾਰੇ ਹੈ ਜੋ ਇਸ ਧਰਤੀ ਤੇ ਆਉਣ ਵਾਲਾ ਹੈ। ਹੁਣ ਸੁਣੋ, ਸ਼ਬਦ ਕਲੀਸਿਆ ਪ੍ਰਕਾਸ਼ ਦੀ ਪੋਥੀ 1 ਅਧਿਆਏ ਤੋਂ ਲੈ ਕੇ 3 ਅਧਿਆਏ ਵਿੱਚ 19 ਵਾਰ ਆਇਆ ਹੈ, ਅਤੇ 4 ਤੋਂ 19 ਤੱਕ ਇਹ ਸ਼ਬਦ ਇੱਕ ਵਾਰ ਵੀ ਨਹੀਂ ਆਇਆ, ਜਿਸ ਦਾ ਅਰਥ ਹੈ ਕਲੀਸਿਆ ਧਰਤੀ ਤੇ ਨਹੀਂ ਹੈ। ਹੁਣ ਬੜੇ ਗੌਰ ਨਾਲ ਮੈਨੂੰ ਸੁਣੋ। ਪ੍ਰਕਾਸ਼ ਦੀ ਪੋਥੀ ਇਹ ਹੈ ਜੋ ਚੀਜ਼ਾਂ ਤੂੰ ਵੇਖੀਆਂ ਹਨ, ਜੋ ਚੀਜ਼ਾਂ ਹਨ, ਜੋ ਚੀਜ਼ਾਂ ਇਸ ਤੋਂ ਬਾਅਦ ਹੋਣਗੀਆਂ। 1 ਤੋਂ 3 ਵਿੱਚ ਕਲੀਸਿਆ ਦਾ ਬਿਆਨ ਹੈ। 4 ਤੋਂ 19 ਕਲੇਸ਼ ਦਾ ਸਮੇਂ ਹੈ। 1 ਤੋਂ 3 ਵਿੱਚ ਕਲੀਸਿਆ ਦੇ ਬਾਰੇ 19 ਵਾਰ ਹਵਾਲਾ ਹੈ, ਅਤੇ ਅਧਿਆਏ 4 ਤੋਂ 19 ਵਿੱਚ ਇਸ ਦਾ ਹਵਾਲਾ ਇੱਕ ਵਾਰ ਵੀ ਨਹੀਂ ਹੈ। ਤੁਸੀਂ ਇਹ ਕਿਸ ਤਰ੍ਹਾਂ ਸੋਚਦੇ ਹੋ? ਤੁਸੀਂ ਵੇਖਦੇ ਹੋ ਕਿ ਇਸ ਕਲੇਸ਼ ਦੇ ਸਮੇਂ ਵਿੱਚ ਕਲੀਸਿਆ ਉੱਥੇ ਨਹੀਂ ਹੈ, ਕਿਤੇ ਵੀ ਬਿਆਨ ਨਹੀਂ ਹੈ। ਕਲੀਸਿਆ ਧਰਤੀ ਉੱਤੇ ਹੈ, ਕਿਉਂਕਿ ਇਹ ਉਹ ਸਮੇਂ ਹੈ ਜਦ ਪਰਮੇਸ਼ਰ ਯਹੂਦੀਆਂ ਨਾਲ ਅਤੇ ਕਲੀਸਿਆ ਨੂੰ ਛੱਡ ਕੇ ਦੂਜੀ ਵੱਡੀ ਭੀੜ ਨਾਲ ਆਪਣੇ ਤਰੀਕੇ ਨਾਲ ਵਰਤਾਓ ਕਰ ਰਿਹਾ ਹੈ। ਕਲੀਸਿਆ ਆਪਣੇ ਘਰ ਵਿੱਚ ਪਰਮੇਸ਼ਰ ਕੋਲ ਜਾ ਚੁੱਕੀ ਹੈ। ਹੁਣ ਤੁਸੀਂ ਆਪਣੀ ਬਾਈਬਲ ਵਿੱਚ 2 ਤਸਲਨੀਕੀਆਂ ਅਧਿਆਏ 2 ਵਿੱਚ ਵੇਖੋ। ਇਸ ਵਿੱਚ ਸ਼ਾਸਤਰ ਦੇ ਕਿਸੇ ਇੱਕ ਸੰਦੇਸ਼ ਦੀ ਵਿਆਖਿਆ ਨਹੀਂ ਹੈ, ਬਲਕਿ ਸ਼ਾਸਤਰ ਦੇ ਹਰੇਕ ਸੰਦੇਸ਼ ਦੀ ਵਿਆਖਿਆ ਦਿੱਤੀ ਗਈ ਹੈ ਕਿ ਸੱਚਾਈ ਕੀ ਹੈ। 2 ਤਸਲਨੀਕੀਆਂ 2 ਅਧਿਆਏ ਦੀ 2 ਐਤ ਇਹ ਦੱਸਦੀ ਹੈ, ਭਾਈ ਤੁਸੀਂ ਕਿਸੇ ਰੂਹ ਜਾਂ ਬਾਣੀ ਜਾਂ ਸਾਡੇ ਨਾਂ ਦੀ ਜਾਲੀ ਪੱਤਰੀ ਤੋਂ ਆਪਣੇ ਮਨੋਂ ਛੇਤੀ ਨਾ ਡੋਲੋ, ਨਾ ਘਬਰਾ ਜਾਓ। ਭਾਈ ਮੰਨੋ ਕਿ ਪ੍ਰਭੂ ਦਾ ਦਿਨ ਆਣ ਪੁੱਜਿਆ ਹੈ। ਤਸਲਨੀਕੀਆਂ ਦੇ ਵਿਸ਼ਵਾਸੀ ਸੋਚਦੇ ਸਨ ਕਿ ਕਲੇਸ਼ ਦਾ ਸਮੇਂ ਸ਼ੁਰੂ ਹੋ ਚੁੱਕਾ ਹੈ ਅਤੇ ਉਹ ਉਸ ਦੇ ਸਮੇਂ ਵਿੱਚ ਰਹਿ ਰਹੇ ਹਨ। ਪੌਲੁਸ ਆਪਣੀ ਦੂਜੀ ਪੱਤਰੀ ਵਿੱਚ ਸਭ ਤੋਂ ਪਹਿਲਾਂ ਇਹ ਸਮਝਾਉਂਦਾ ਹੈ ਕਿ ਉਹ ਅਜੇ ਕਲੇਸ਼ ਦੇ ਸਮੇਂ ਵਿੱਚ ਨਹੀਂ ਹਨ ਅਤੇ ਨਾ ਘਬਰਾਓ। ਦੂਸਰੇ ਸ਼ਬਦਾਂ ਵਿੱਚ ਪੌਲੁਸ ਆਖ ਰਿਹਾ ਹੈ, ਤੁਹਾਡੇ ਵਿੱਚੋਂ ਕੁਝ ਸੋਚਦੇ ਹਨ ਕਿ ਤੁਸੀਂ ਕਲੇਸ਼ ਦੇ ਸਮੇਂ ਵਿੱਚ ਹੋ ਸਕਦੇ ਹੋ। ਕਿ ਤੁਹਾਨੂੰ ਮੇਰੇ ਨਾਮ ਦੀ ਪੱਤਰੀ ਮਿਲੀ ਹੋਵੇ ਜਿਸ ਵਿੱਚ ਲਿਖਿਆ ਹੋਵੇ ਕਿ ਤੁਸੀਂ ਕਲੇਸ਼ ਦੇ ਸਮੇਂ ਵਿੱਚ ਹੋ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸੱਚ ਨਹੀਂ ਹੈ। ਤੁਸੀਂ ਉਸ ਸਮੇਂ ਵਿੱਚ ਨਹੀਂ ਹੋ ਜਿਸ ਨੂੰ ਕਲੇਸ਼ ਦਾ ਸਮਾਂ ਕਿਹਾ ਜਾਂਦਾ ਹੈ। ਨੰਬਰ 2, ਕਲੇਸ਼ ਕਲੀਸਿਆ ਲਈ ਨਹੀਂ ਹੈ। ਹੁਣ ਇਸ ਅਧਿਆਇ ਵਿੱਚ ਉਹ ਉਹਨਾਂ ਦੇ 2 ਪ੍ਰਸ਼ਨਾਂ ਦਾ ਉੱਤਰ ਦਿੰਦਾ ਹੈ ਜੋ ਉਹਨਾਂ ਦੇ ਮਨ ਵਿੱਚ ਹਨ। ਪਹਿਲਾ ਪ੍ਰਸ਼ਨ ਹੈ ਕਿ ਅਸੀਂ ਕਲੇਸ਼ ਦੇ ਸਮੇਂ ਵਿੱਚ ਰਹਿ ਰਹੇ ਹਾਂ। ਦੂਜਾ ਪ੍ਰਸ਼ਨ ਸੀ ਕਿ ਪੌਲੁਸ ਨੇ ਇਹ ਠੀਕ ਆਖਿਆ ਹੈ ਕਿ ਅਸੀਂ ਕਲੇਸ਼ ਦੇ ਸਮੇਂ ਵਿੱਚ ਨਹੀਂ ਗੁਜ਼ਰਾਂਗੇ। ਭਾਗ ਊੜਾ,
ਧਰਮ ਤਿਆਗ ਦਾ ਅਹਿਸਾਸ ਕੀਤਾ ਜਾਵੇਗਾ। ਹੁਣ ਐਤ 3 ਨੂੰ ਸਮਝੋ, ਜਿਸ ਵਿੱਚ ਪੌਲੁਸ ਤਸਲੋਨੀਕੀਆਂ ਦੇ ਵਿਸ਼ਵਾਸੀਆਂ ਨੂੰ ਆਖਦਾ ਹੈ, ਕੋਈ ਤੁਹਾਨੂੰ ਕਿਸੇ ਤਰ੍ਹਾਂ ਨਾ ਭਰਮਾਵੇ। ਤੁਸੀਂ ਉਸ ਦਿਨ ਲਈ ਧੋਖਾ ਨਾ ਖਾਓ। ਕਿਸ ਦਿਨ ਲਈ? ਕਲੇਸ਼ ਦੇ ਸਮੇਂ ਨਹੀਂ ਆਵੇਗਾ ਜਦ ਤੱਕ ਕੁਝ ਚੀਜ਼ਾਂ ਪੂਰੀਆਂ ਨਾ ਹੋ ਜਾਣਗੀਆਂ। ਹੁਣ ਉਹ ਇਸ ਅਧਿਆਇ ਵਿੱਚ ਉਹਨਾਂ ਚੀਜ਼ਾਂ ਦੀ ਸੂਚੀ ਬਾਰੇ ਦੱਸਦਾ ਹੈ। ਆਓ ਵੇਖੀਏ ਉਹ ਕਿਹੜੀਆਂ ਚੀਜ਼ਾਂ ਹਨ। ਉਹ ਐਤ 3 ਵਿੱਚ ਆਖਦਾ ਹੈ, ਉਹ ਦਿਨ ਨਹੀਂ ਆਵੇਗਾ ਜਿੰਨਾ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ। ਇਸ ਸਮੇਂ ਵਿੱਚ ਕਲੀਸਿਆ ਦੇ ਵਿਸ਼ਵਾਸ ਵਿੱਚ ਗਿਰਾਵਟ ਆਵੇਗੀ ਅਤੇ ਉਹ ਵਿਸ਼ਵਾਸ ਵਿੱਚ ਡੋਲ ਜਾਣਗੇ। ਭਾਗ ਐੜਾ ਮਸੀਹ ਵਿਰੋਧੀ ਪ੍ਰਗਟ ਹੋ ਜਾਵੇਗਾ। ਹੁਣ ਐਤ 3 ਅੱਗੇ ਆਖਦੀ ਹੈ, ਜਦ ਤੱਕ ਉਹ ਧਰਮ ਦਾ ਪੁਰਖ ਅਰਥਾਤ ਵਿਨਾਸ਼ ਦਾ ਪੁੱਤਰ ਪ੍ਰਗਟ ਨਾ ਹੋ ਜਾਵੇ। ਉਹ ਕੌਣ ਹੈ ਜਿਸ ਮਨੁੱਖ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ? ਬਾਈਬਲ ਦੱਸਦੀ ਹੈ ਕਿ ਉਹ ਕਲੇਸ਼ ਦਾ ਸਮੇਂ ਤਦ ਤੱਕ ਨਾ ਆਵੇਗਾ ਜਦ ਤੱਕ ਧਰਮ ਦਾ ਤਿਆਗ ਨਾ ਹੋ ਜਾਵੇ ਅਤੇ ਜਦ ਤੱਕ ਵਿਨਾਸ਼ ਦਾ ਪੁਰਖ ਪ੍ਰਗਟ ਨਾ ਹੋ ਜਾਵੇ। ਮਸੀਹ ਵਿਰੋਧੀ ਤੁਸੀਂ ਵੇਖਿਆ ਪੌਲੁਸ ਕੀ ਆਖ ਰਿਹਾ ਹੈ। ਉਹ ਯਤਨ ਕਰ ਰਿਹਾ ਹੈ ਕਿ ਵਿਸ਼ਵਾਸੀਆਂ ਦਾ ਹੌਸਲਾ ਵੱਧ ਜਾਵੇ। ਉਹ ਸੋਚਦੇ ਸਨ ਕਿ ਉਹ ਕਲੇਸ਼ ਦੇ ਸਮੇਂ ਵਿੱਚ ਰਹਿ ਰਹੇ ਹਨ। ਉਹ ਉਹਨਾਂ ਨੂੰ ਦੱਸਦਾ ਹੈ, ਤੁਸੀਂ ਕਲੇਸ਼ ਦੇ ਸਮੇਂ ਵਿੱਚ ਨਹੀਂ ਹੋ, ਕਿਉਂਕਿ ਉਹ ਦਿਨ ਤਦ ਤੱਕ ਨਹੀਂ ਆ ਸਕਦਾ ਜਦ ਤੱਕ ਇਹ ਚੀਜ਼ਾਂ ਪੂਰੀਆਂ ਨਾ ਹੋ ਜਾਣ। ਧਰਮ ਦਾ ਤਿਆਗਿਆ ਜਾਣਾ ਅਤੇ ਵਿਨਾਸ਼ ਦੇ ਪੁਰਖ ਦਾ ਪ੍ਰਗਟ ਹੋਣਾ ਜ਼ਰੂਰੀ ਹੈ। ਭਾਗ ਈੜੀ ਕਾਬੂ ਵਿੱਚ ਰੱਖਣ ਵਾਲਾ ਹਟਾ ਦਿੱਤਾ ਜਾਵੇਗਾ। ਆਓ ਹੁਣ ਤੀਜੀ ਚੀਜ਼ ਵੱਲ ਧਿਆਨ ਦਈਏ। ਐਤ 5 ਤੇ 6 ਪਾਪ ਦੇ ਪੁਰਖ ਬਾਰੇ ਦੱਸਦੀ ਹੈ, ਪਰ ਐਤ 6 ਵੱਲ ਵੇਖੋ। ਹੁਣ ਤੁਸੀਂ ਉਹਨਾਂ ਨੂੰ ਜਾਣਦੇ ਹੋ ਜੋ ਡੱਕੀ ਬੈਠਾ ਹੈ, ਭਾਈ ਉਹ ਆਪਣੇ ਸਮੇਂ ਵਿੱਚ ਪ੍ਰਗਟ ਹੋਵੇ। ਕਿ ਧਰਮ ਦੀ ਭੇਤ ਹੁਣ ਵੀ ਤਾਂ ਅਸਰ ਕਰਦੀ ਜਾਂਦੀ ਹੈ ਜਦ ਤਾਈਂ ਉਹ ਵਿੱਚੋਂ ਹਟ ਨਾ ਜਾਵੇ। ਇੱਕ ਡੱਕਣ ਵਾਲਾ ਹੈ। ਦੂਸਰਾ ਤਸਲੋਨੀਕੀਆਂ 2:7 ਹੁਣ ਧਿਆਨ ਨਾਲ ਸੁਣੋ। ਡੱਕਣ ਵਾਲਾ ਕੌਣ ਹੈ? ਇਹ ਦੱਸਦੀ ਹੈ ਕੁਝ ਚੀਜ਼ਾਂ ਹਨ ਜੋ ਨਹੀਂ ਹੋ ਸਕਦੀਆਂ, ਨਾ ਹੀ ਕਲੇਸ਼ ਦੇ ਸਮੇਂ ਆ ਸਕਦਾ ਹੈ ਜਦ ਤੱਕ ਡੱਕਣ ਵਾਲਾ ਵਿੱਚੋਂ ਹਟਾ ਨਾ ਦਿੱਤਾ ਜਾਵੇ। ਅਤੇ ਜਦ ਤੁਸੀਂ ਇਸ ਸੰਦੇਸ਼ ਨੂੰ ਪੜ੍ਹਦੇ ਹੋ ਤਾਂ ਤੁਸੀਂ ਜਲਦੀ ਹੀ ਸਮਝ ਜਾਓਗੇ ਕਿ ਇਸ ਡੱਕਣ ਵਾਲੇ ਦੇ ਬਾਰੇ ਕਈ ਵਿਚਾਰ ਹਨ ਕਿ ਉਹ ਕੌਣ ਹੈ। ਕੁਝ ਵਿਸ਼ਵਾਸ ਕਰਦੇ ਹਨ ਕਿ ਉਹ ਮਨੁੱਖਾਂ ਦੀ ਸਰਕਾਰ ਹੈ ਅਤੇ ਇਹ ਹੀ ਸਰਕਾਰ ਉਹ ਚੀਜ਼ਾਂ ਹੈ ਜੋ ਬੁਰਾਈ ਨੂੰ ਰੋਕ ਰਹੀ ਹੈ ਅਤੇ ਜਦ ਇਹ ਹਟ ਜਾਵੇਗੀ ਤਾਂ ਕਲੇਸ਼ ਸ਼ੁਰੂ ਹੋ ਜਾਵੇਗਾ। ਠੀਕ ਹੈ, ਮੈਂ ਸੋਚਦਾ ਹਾਂ ਜੇ ਇਹ ਸੱਚ ਹੈ ਤਾਂ ਇਹ ਹਟ ਚੁੱਕੀ ਹੈ। ਕੁਝ ਲੋਕ ਸੋਚਦੇ ਹਨ ਕੋਈ ਵਿਸ਼ੇਸ਼ ਕਾਨੂੰਨ ਹੈ ਜਾਂ ਜਗਤ ਵਿੱਚ ਕੁਝ ਲੋਕ ਜਿੰਦੇ ਹਨ। ਬਾਈਬਲ ਇਸ ਬਾਰੇ ਸਪਸ਼ਟ ਹੈ ਕਿ ਵਿਅਕਤੀ ਦੇ ਜੀਵਨ ਵਿੱਚ ਕੀ ਚੀਜ਼ ਹੈ ਜੋ ਰੋਕਦੀ ਹੈ ਅਤੇ ਮੈਂ ਆਪ ਵਿਸ਼ਵਾਸ ਕਰਦਾ ਹਾਂ ਕਿ ਇਹ ਸਪਸ਼ਟ ਰੂਪ ਵਿੱਚ ਪਵਿੱਤਰ ਆਤਮਾ ਵੱਲ ਇਸ਼ਾਰਾ ਕਰਦਾ ਹੈ। ਉਹ ਡੱਕਣ ਵਾਲਾ ਪਵਿੱਤਰ ਆਤਮਾ ਹੈ। ਹੁਣ ਸੰਦੇਸ਼ ਨੂੰ ਦੁਬਾਰਾ ਪੜ੍ਹੋ ਕਿ ਧਰਮ ਦੇ ਭੇਤ ਹੋਣ ਵੀ ਤਾਂ ਅਸਰ ਕਰ ਜਾਂਦੀ ਹੈ। ਐਤ 7 ਪਰ ਜਦ ਤਾਈਂ ਉਹ ਵਿੱਚੋਂ ਹਟ ਨਾ ਜਾਵੇ। ਇੱਕ ਡੱਕਣ ਵਾਲਾ ਹੈ ਤਦ ਉਹ ਧਰਮ ਪ੍ਰਗਟ ਹੋਵੇਗਾ। ਪਵਿੱਤਰ ਆਤਮਾ ਕਿੱਥੇ ਹੈ? ਸਾਡੇ ਅੰਦਰ। ਜਦ ਅਸੀਂ ਇੱਥੋਂ ਚਲੇ ਜਾਵਾਂਗੇ ਕਿ ਉਹ ਇਸ ਬਿਲਡਿੰਗ ਵਿੱਚ ਹੋਵੇਗਾ, ਕਿਸੇ ਵੀ ਰੂਪ ਵਿੱਚ ਨਹੀਂ। ਪਵਿੱਤਰ ਆਤਮਾ ਕਿਸੇ ਬਿਲਡਿੰਗ ਵਿੱਚ ਨਹੀਂ ਕਰਦਾ। ਉਹ ਤਾਂ ਮਨੁੱਖਾਂ ਵਿੱਚ ਵਾਸ ਕਰਦਾ ਹੈ। ਉਹ ਤੁਹਾਡੇ ਅੰਦਰ ਰਹਿੰਦਾ ਹੈ, ਉਹ ਮੇਰੇ ਅੰਦਰ ਰਹਿੰਦਾ ਹੈ ਜੇ ਅਸੀਂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਦੇ ਹਾਂ। ਕਦ ਪਵਿੱਤਰ ਆਤਮਾ ਲੈ ਲਿਆ ਜਾਵੇਗਾ? ਜਦ ਅਸੀਂ ਉੱਪਰ ਚਲੇ ਜਾਵਾਂਗੇ। ਠੀਕ ਹੈ, ਅਸਲ ਵਿੱਚ ਮੈਂ ਤੁਹਾਨੂੰ ਇੱਕ ਸੁਝਾਅ ਦਿੰਦਾ ਹਾਂ ਜੋ ਕਲੇਸ਼ ਦੇ ਪ੍ਰਤੀ ਮਨੁੱਖਾਂ ਦੀ ਸੋਚ ਹੈ ਕਿ ਸਾਰੇ ਮਸੀਹ ਇਸ ਜਗਤ ਵਿੱਚੋਂ ਲੈ ਜਾਣਗੇ। ਕਦੇ ਤੁਸੀਂ ਵਿਚਾਰ ਕੀਤਾ ਹੈ ਕਿ ਜਦ ਇਸ ਜਗਤ ਵਿੱਚ ਕੋਈ ਮਸੀਹ ਨਹੀਂ ਬਚੇਗਾ ਤਾਂ ਇਸ ਜਗਤ ਦਾ ਕੀ ਰੂਪ ਹੋਵੇਗਾ? ਜੇ ਪਵਿੱਤਰ ਆਤਮਾ ਦਾ ਵਾਸ ਮਨੁੱਖਾਂ ਦੇ ਵਿੱਚ ਨਹੀਂ ਹੋਵੇਗਾ ਤਾਂ ਜਗਤ ਵਿੱਚ ਉਹ ਸਭ ਕੁਝ ਹੋਵੇਗਾ ਜੋ ਨਹੀਂ ਹੋਣਾ ਚਾਹੀਦਾ, ਜਿਸ ਤਰ੍ਹਾਂ ਕਿ ਅੱਜ ਵੀ ਹੋ ਰਿਹਾ ਹੈ। ਸਿਰਫ ਇੱਕ ਚੀਜ਼ ਜਿਸ ਨੇ ਜਗਤ ਨੂੰ ਇਕੱਠਾ ਕੀਤਾ ਹੋਇਆ ਹੈ, ਉਹ ਹੈ ਪਵਿੱਤਰ ਆਤਮਾ ਦਾ ਪ੍ਰਭਾਵ ਜੋ ਹਰੇਕ ਵਿਸ਼ਵਾਸੀ ਦੇ ਦਿਲ ਅਤੇ ਜੀਵਨ ਵਿੱਚ ਵਾਸ ਕਰਦਾ ਹੈ। ਸ਼ਾਸਤਰ ਦੱਸਦਾ ਹੈ ਪ੍ਰਭੂ ਦਾ ਦਿਨ ਅਤੇ ਕਲੇਸ਼ ਦਾ ਦਿਨ ਅਤੇ ਨਿਆਂ ਦਾ ਮਹਾਨ ਸਮੇਂ ਇਸ ਧਰਤੀ ਤੇ ਸ਼ੁਰੂ ਨਹੀਂ ਹੋ ਸਕਦਾ ਜਦ ਤੱਕ ਕਿ ਪਵਿੱਤਰ ਆਤਮਾ ਨੂੰ ਇੱਥੋਂ ਲੈ ਨਾ ਲਿਆ ਜਾਵੇ। ਅਸੀਂ ਜਾਣਦੇ ਹਾਂ ਇਹ ਤਦ ਹੀ ਸੋ ਹੋ ਸਕਦਾ ਹੈ ਜਦ ਰੈਪਚਰ ਹੋ ਜਾਏ, ਅਤੇ ਜਦ ਕਲੀਸਿਆ ਦਾ ਰੈਪਚਰ ਹੋ ਜਾਵੇਗਾ ਤਾਂ ਡੱਕਣ ਵਾਲਾ ਚਲਾ ਜਾਵੇਗਾ ਤਾਂ ਧਰਤੀ ਉੱਤੇ ਹਰੇਕ ਤਰ੍ਹਾਂ ਦੀ ਨਰਕੀ ਗੱਲਾਂ ਹੋਣ ਜਾਣ ਲੱਗ ਪੈਣਗੀਆਂ।
ਇਸ ਤੋਂ ਇਲਾਵਾ ਰੈਪਚਰ ਦੇ ਬਾਰੇ ਹੋਰ ਕੋਈ ਗੱਲ ਸਮਝ ਨਹੀਂ ਆਉਂਦੀ। ਸਿਰਫ ਕਲੇਸ਼ ਤੋਂ ਪਹਿਲਾਂ ਰੈਪਚਰ ਸ਼ਾਸਤਰ ਦੱਸਦਾ ਹੈ ਕਿ ਉਹ ਦਿਨ ਤਦ ਤੱਕ ਨਹੀਂ ਆਏਗਾ ਜਦ ਤੱਕ ਧਰਮ ਦਾ ਤਿਆਗ ਨਾ ਹੋ ਜਾਏ, ਜਦ ਤੱਕ ਪਾਪ ਦਾ ਮਨੁੱਖ ਪ੍ਰਗਟ ਨਾ ਹੋ ਜਾਏ ਅਤੇ ਜਦ ਤੱਕ ਇਸ ਜਗਤ ਵਿੱਚੋਂ ਪਵਿੱਤਰ ਆਤਮਾ ਲੈ ਨਾ ਲਿਆ ਜਾਵੇ। ਤੁਸੀਂ ਜਾਣਦੇ ਹੋ ਇਹ ਹੋਣ ਜਾ ਰਿਹਾ ਹੈ ਜਦ ਸਾਡਾ ਰੈਪਚਰ ਹੋ ਜਾਏਗਾ। ਭਾਗ ਸੱਸਾ ਕਲੀਸਿਆ ਦਾ ਸਵਰਗ ਵਿੱਚ। ਨੰਬਰ 1, ਸਵਰਗ ਵਿੱਚ 24 ਐਲਡਰਾਂ ਦੀ ਹਜ਼ੂਰੀ ਇਸ ਨੂੰ ਸਾਬਤ ਕਰਦੀ ਹੈ। ਆਓ ਸ਼ਾਸਤਰ ਦੇ ਦੂਜੇ ਅੰਸ਼ ਵਿੱਚ ਵੇਖੀਏ। ਹੁਣ ਅਸੀਂ ਪ੍ਰਕਾਸ਼ ਦੀ ਪੋਥੀ 4 ਅਧਿਆਇ 4 ਨੂੰ ਵੇਖਦੇ ਹਾਂ। ਯਾਦ ਰੱਖੋ, ਪ੍ਰਕਾਸ਼ ਦੀ ਪੋਥੀ ਅਧਿਆਇ 1 ਤੋਂ 3 ਕਲੀਸਿਆ ਨਾਲ ਸੰਬੰਧ ਰੱਖਦਾ ਹੈ। ਅਧਿਆਇ 4 ਦੀ ਸ਼ੁਰੂਆਤ ਕਲੇਸ਼ ਦੇ ਸਮੇਂ ਤੋਂ ਹੁੰਦੀ ਹੈ। ਇਹਦੇ ਪਿੱਛੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਾਈ ਆਕਾਸ਼ ਵਿੱਚ ਇੱਕ ਬੂਹਾ ਖੁੱਲਿਆ ਹੋਇਆ ਹੈ ਅਤੇ ਪਹਿਲੀ ਆਵਾਜ਼ ਜੋ ਮੈਂ ਸੁਣੀ ਸੋ ਤੁਰੀ ਜਹੀ ਮੇਰੇ ਨਾਲ ਗੱਲ ਕਰਦੀ ਸੀ, ਭਾਈ ਇੱਧਰ ਉਤਾਂਹ ਨੂੰ ਆ ਜਾ ਅਤੇ ਜੋ ਕੁਝ ਇਹਦੇ ਮਗਰੋਂ ਹੋਣ ਵਾਲਾ ਹੈ ਮੈਂ ਤੈਨੂੰ ਵਿਖਾਵਾਂ। ਉਵੇਂ ਹੀ ਮੈਂ ਆਤਮਾ ਵਿੱਚ ਆਇਆ ਤਾਂ ਕੀ ਵੇਖਦਾ ਹਾਂ, ਭਾਈ ਸਵਰਗ ਵਿੱਚ ਇੱਕ ਸਿਆਸਨ ਧਰਿਆ ਹੋਇਆ ਹੈ ਅਤੇ ਉਸ ਸਿਆਸਨ ਉੱਤੇ ਕੋਈ ਵਿਰਾਜਮਾਨ ਹੈ ਅਤੇ ਜਿਹੜਾ ਵਿਰਾਜਮਾਨ ਹੈ ਸੋ ਵੇਖਣ ਨੂੰ ਪੁਖਰਾਜ ਅਤੇ ਅਕੀਕ ਪੱਥਰ ਵਰਗਾ ਹੈ ਅਤੇ ਸਿਆਸਨ ਦੇ ਦੁਆਲੇ ਇੱਕ ਮੇਘ ਧੁਨਕ ਹੈ ਜੇ ਵੇਖਣ ਨੂੰ ਪੰਨੇ ਦੀ ਨਿਆਈ ਹੈ। ਸਿਆਸਨ ਦੇ ਦੁਆਲੇ 24 ਗੱਦੀਆਂ ਹਨ ਅਤੇ ਮੈਂ 24 ਬਜ਼ੁਰਗਾਂ ਨੂੰ ਚਿੱਟੇ ਵਸਤਰ ਪਹਿਨੇ ਅਤੇ ਸਿਰਾਂ ਉੱਤੇ ਸੋਨੇ ਦੇ ਮੁਕਟ ਧਰੇ ਹੋਏ ਉਹਨਾਂ ਗੱਦੀਆਂ ਉੱਤੇ ਬੈਠੇ ਵੇਖਿਆ। ਹੁਣ ਸੁਣੋ, ਅਧਿਆਇ 2 ਅਤੇ 3 ਵਿੱਚ ਕਲੀਸਿਆ ਦੇ ਪ੍ਰਤੱਖ ਦਿਖਣ ਵਾਲੇ 7 ਰੂਪਾਂ ਦੀ ਵਿਆਖਿਆ ਕੀਤੀ ਗਈ ਹੈ। ਇਸ ਤੋਂ ਬਾਅਦ ਯਹੂਨਾ ਇਹਨਾਂ ਐਤਾਂ ਨੂੰ ਲਿਖਦਾ ਹੈ ਜਿਨ੍ਹਾਂ ਨੂੰ ਅਸੀਂ ਹੁਣੇ ਹੀ ਪੜ੍ਹਿਆ ਹੈ। ਉਹ ਬਜ਼ੁਰਗਾਂ ਦੇ ਬਾਰੇ ਦੱਸਦਾ ਹੈ, 4 ਅਤੇ 20 ਬਜ਼ੁਰਗ ਜੋ ਸਵਰਗ ਵਿੱਚ ਹਨ, ਅਤੇ ਉਹ ਦੱਸਦਾ ਹੈ ਇਹਨਾਂ ਬਜ਼ੁਰਗਾਂ ਦੀ 3 ਚੀਜ਼ਾਂ ਕਰਕੇ ਮਹੱਤਤਾ ਹੈ। ਸਭ ਤੋਂ ਪਹਿਲਾਂ ਉਹ ਬੈਠੇ ਹੋਏ ਹਨ, ਦੂਜਾ ਉਹਨਾਂ ਨੇ ਚਿੱਟੇ ਵਸਤਰ ਪਾਏ ਹੋਏ ਹਨ, ਤੀਸਰੀ ਚੀਜ਼ ਉਹਨਾਂ ਦੇ ਸਿਰ ਉੱਤੇ ਸੋਨੇ ਦੇ ਮੁਕਟ ਹਨ। ਇਹ ਵਿਸ਼ੇਸ਼ ਚੀਜ਼ਾਂ ਦੱਸ ਰਹੀਆਂ ਹਨ ਕਿ ਇਹ 24 ਚਿੰਨ੍ਹ ਕਲੀਸਿਆ ਨੂੰ ਪ੍ਰਗਟ ਕਰ ਰਹੇ ਹਨ। ਇਫਸੀਆ 2 ਅਧਿਆਇ 6 ਵਿੱਚ ਅਸੀਂ ਪੜ੍ਹਦੇ ਹਾਂ ਅਤੇ ਉਹਨਾਂ ਨੇ ਸਾਨੂੰ ਉਸ ਦੇ ਨਾਲ ਸਵਰਗੀ ਥਾਵਾਂ ਉੱਤੇ ਬਹਾ ਲਿਆ। ਪ੍ਰਕਾਸ਼ ਦੀ ਪੋਥੀ 19 ਅਧਿਆਇ 8 ਵਿੱਚ ਅਸੀਂ ਪੜ੍ਹਦੇ ਹਾਂ, ਇਹ ਉਸ ਨੂੰ ਬਖਸ਼ਿਆ ਗਿਆ ਹੈ ਭਾਈ ਭੜਕੀਲੇ ਅਤੇ ਸਾਫ ਕਤਾਨ ਦੀ ਪੁਸ਼ਾਕ ਪਾਵੇ। ਇਹ ਕਤਾਨ ਸੰਤਾਂ ਦੇ ਧਰਮੀ ਕੰਮ ਹਨ। ਹੁਣ ਜਦ ਤੁਸੀਂ ਦੂਸਰਾ ਤਮੋਥੀਉਸ 4 ਅਧਿਆਇ 8 ਵਿੱਚ ਪੜ੍ਹਦੇ ਹੋ, ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ, ਜਿਹੜਾ ਪ੍ਰਭੂ ਜੋ ਧਰਮੀ ਨਿਆਈ ਹੈ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਨ੍ਹਾਂ ਉਹਦੇ ਪ੍ਰਕਾਸ਼ ਹੋਣ ਨੂੰ ਪਿਆਰਾ ਜਾਣਿਆ ਹੈ। ਹੁਣ ਧਿਆਨ ਨਾਲ ਸੁਣੋ, ਇਹ ਚੀਜ਼ਾਂ ਸਾਨੂੰ ਦੱਸਦੀਆਂ ਹਨ ਕਿ 4 ਅਤੇ 20 ਬਜ਼ੁਰਗ ਸਵਰਗ ਵਿੱਚ ਕਲੀਸਿਆ ਦੇ ਪ੍ਰਤੀਨਿਧੀ ਹਨ। ਉਹ ਸਵਰਗ ਵਿੱਚ ਆਪਣੀ ਮਹਿਮਾ ਦੀ ਪੁਸ਼ਾਕ ਵਿੱਚ ਰਹਿੰਦੇ ਹਨ। ਉਹ ਬੈਠੇ ਹੋਏ ਹਨ, ਉਹਨਾਂ ਨੇ ਵਸਤਰ ਪਾਏ ਹੋਏ ਹਨ, ਉਹਨਾਂ ਨੇ ਮੁਕਟ ਪਾਏ ਹੋਏ ਹਨ, ਜਿਸ ਤਰ੍ਹਾਂ ਕਿ ਬਾਈਬਲ ਦੱਸਦੀ ਹੈ। ਅਸੀਂ ਵੀ ਇੰਝ ਹੀ ਹੋਵਾਂਗੇ। ਇਸ ਤੋਂ ਬਾਅਦ ਕਲੇਸ਼ ਦੇ ਸਮੇਂ ਦੀ ਸ਼ੁਰੂਆਤ ਹੋ ਜਾਵੇਗੀ। ਅਧਿਆਇ 4 ਦੀ ਸ਼ੁਰੂਆਤ ਕਲੇਸ਼ ਦਾ ਸਮੇਂ ਹੈ। ਕਲੀਸਿਆ ਕਿੱਥੇ ਹੈ? ਉਹ ਬੈਠੀ ਹੋਈ ਹੈ। ਉਸਨੇ ਵਸਤਰ ਪਾਏ ਹੋਏ ਹਨ, ਉਸਨੇ ਮੁਕਟ ਪਾਏ ਹੋਏ ਹਨ। ਉਹ ਸਵਰਗ ਵਿੱਚ ਹੈ। ਕਲੀਸਿਆ ਧਰਤੀ ਉੱਤੇ ਨਹੀਂ ਹੈ, ਉਹ ਸਵਰਗ ਵਿੱਚ ਹੈ। ਨੰਬਰ 2, ਨਵੇਂ ਨੇਮ ਦੇ ਵਾਅਦੇ ਇਸ ਨੂੰ ਸਾਬਤ ਕਰਦੇ ਹਨ। ਹੁਣ ਆਪਣੀ ਬਾਈਬਲ ਵਿੱਚ ਪ੍ਰਕਾਸ਼ ਦੀ ਪੋਥੀ 3 ਅਧਿਆਇ 10 ਨੂੰ ਵੇਖੋ। ਇਹ ਨਵੇਂ ਨੇਮ ਵਿੱਚ ਕਲੇਸ਼ ਤੋਂ ਪਹਿਲਾਂ ਰੈਪਚਰ ਦੇ ਬਾਰੇ ਸਿਰਫ ਇੱਕ ਅੱਛੀ ਐਤ ਹੋ ਸਕਦੀ ਹੈ। ਅਸੀਂ ਕੁਝ ਮਿੰਟ ਇਸ ਐਤ ਉੱਤੇ ਖਰਚ ਕਰਦੇ ਹਾਂ। ਤੁਸੀਂ ਜਾਣਦੇ ਹੋ ਕਿ ਪ੍ਰਕਾਸ਼ ਦੀ ਪੋਥੀ ਅਧਿਆਇ 3 ਵਿੱਚ 7 ਤਰੀਕਿਆਂ ਦੀ ਕਲੀਸਿਆ ਦੇ ਬਾਰੇ ਹੈ। ਅਧਿਆਇ 3 ਦੀ 10ਵੀਂ ਐਤ ਵਿੱਚ ਫਿਲਦਲਫੀਏ ਦੀ ਕਲੀਸਿਆ ਦੇ ਬਾਰੇ ਬਿਆਨ ਹੈ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਣੇ ਰਹੇ। ਦੋਸਤੋ, ਅੱਜ ਅਸੀਂ ਮਹਾਕਲੇਸ਼ ਬਾਰੇ ਜਾਣ ਰਹੇ ਸੀ। ਅਸੀਂ ਜਾਣਿਆ ਕਿ ਕਲੇਸ਼ ਦੇ ਬਾਰੇ ਲੋਕਾਂ ਦੇ ਵੱਖ-ਵੱਖ ਵਿਚਾਰ ਹਨ। ਪਹਿਲਾ ਵਿਚਾਰ ਕਹਿੰਦਾ ਹੈ ਕਿ ਕਲੇਸ਼ ਦੇ ਬਾਅਦ ਕਲੀਸਿਆ ਨੂੰ 7 ਸਾਲ ਦੇ ਲਈ ਕਲੇਸ਼ ਵਿੱਚ ਜਾਣਾ ਪਏਗਾ ਅਤੇ ਅੰਤ ਦੇ ਵਿੱਚ ਕਲੀਸਿਆ ਨੂੰ ਸਵਰਗ ਵਿੱਚ ਉਠਾ ਲਿਆ ਜਾਏਗਾ। ਦੂਜਾ ਵਿਚਾਰ ਕਲੀਸਿਆ ਦੇ ਅੱਧ ਵਿਚਕਾਰ ਕਲੀਸਿਆ ਦੇ ਸਵਰਗ ਵਿੱਚ ਚੁੱਕੇ ਜਾਣ ਬਾਰੇ ਗੱਲ ਕਰਦਾ ਹੈ। ਇਸ ਵਿਚਾਰ ਅਨੁਸਾਰ 3.5 ਸਾਲ ਬਾਅਦ ਕਲੀਸਿਆ ਸਵਰਗ ਦੇ ਵਿੱਚ ਚੁੱਕ ਲਿੱਤੀ ਜਾਏਗੀ। ਤੀਜਾ ਵਿਚਾਰ ਕਹਿੰਦਾ ਹੈ ਕਿ ਕਲੇਸ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਲੀਸਿਆ ਸਵਰਗ ਦੇ ਵਿੱਚ ਚੁੱਕ ਲਿੱਤੀ ਜਾਏਗੀ। ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਿਆ ਕਿ ਕਲੇਸ਼ ਇੱਕ ਭਵਿੱਖ ਦੀ ਘਟਨਾ ਹੈ। ਅਸੀਂ ਜਾਣਿਆ ਕਿ ਅਸਲ ਦੇ ਵਿੱਚ ਇਹ ਕਲੇਸ਼ ਦਾ ਸਮਾਂ ਪਰਮੇਸ਼ਵਰ ਦਾ ਕ੍ਰੋਧ ਹੈ
ਜੋ ਇਸ ਧਰਤੀ ਦੇ ਉੱਤੇ ਆਉਣ ਵਾਲਾ ਹੈ ਅਤੇ ਯਹੂਦੀਆਂ ਅਤੇ ਉਹਨਾਂ ਲੋਕਾਂ ਦੇ ਖਿਲਾਫ ਹੋਏਗਾ ਜਿਨ੍ਹਾਂ ਨੇ ਅਜੇ ਤੱਕ ਪ੍ਰਭੂ ਯਿਸੂ ਜੀ ਦੇ ਉੱਤੇ ਵਿਸ਼ਵਾਸ ਨਹੀਂ ਸੀ ਕੀਤਾ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਕਲੇਸ਼ ਕਲੀਸਿਆ ਦੇ ਲਈ ਨਹੀਂ ਹੈ। ਅਸੀਂ ਜਾਣਿਆ ਕਿ ਕਲੇਸ਼ ਦਾ ਉਹ ਦਿਨ ਤੱਕ ਨਹੀਂ ਆਏਗਾ ਜਦ ਤੱਕ ਕਿ ਧਰਮ ਦਾ ਤਿਆਗ ਨਹੀਂ ਹੋ ਜਾਂਦਾ। ਉਸ ਸਮੇਂ ਕਲੀਸਿਆ ਦੇ ਵਿੱਚ ਵੱਡੀ ਗਿਰਾਵਟ ਆਏਗੀ ਅਤੇ ਲੋਕ ਵਿਸ਼ਵਾਸ ਤੋਂ ਡੋਲ ਜਾਣਗੇ। ਅਸੀਂ ਜਾਣਿਆ ਕਿ ਕਲੀਸਿਆ ਦੇ ਸਮੇਂ ਮਸੀਹ ਵਿਰੋਧੀ ਪ੍ਰਗਟ ਹੋ ਜਾਏਗਾ। ਕਲੇਸ਼ ਦਾ ਸਮਾਂ ਉਸ ਦੇ ਨਾਲ ਹੀ ਸ਼ੁਰੂ ਹੋ ਜਾਏਗਾ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਕਾਬੂ ਵਿੱਚ ਰੱਖਣ ਵਾਲਾ ਹਟਾ ਦਿੱਤਾ ਜਾਏਗਾ। ਅਸੀਂ ਜਾਣਿਆ ਕਿ ਇਹ ਕਾਬੂ ਵਿੱਚ ਰੱਖਣ ਵਾਲਾ ਪਵਿੱਤਰ ਆਤਮਾ ਹੈ ਜੋ ਕਿ ਕਲੇਸ਼ ਦੇ ਸਮੇਂ ਹਟਾ ਲਿਆ ਜਾਏਗਾ। ਅਸੀਂ ਜਾਣਿਆ ਕਿ ਜਦੋਂ ਪਵਿੱਤਰ ਆਤਮਾ ਇਸ ਜਗਤ ਦੇ ਵਿੱਚ ਨਹੀਂ ਹੋਵੇਗਾ ਤਾਂ ਜਗਤ ਦੇ ਵਿੱਚ ਉਹ ਸਭ ਕੁਝ ਹੋਏਗਾ ਜੋ ਕਿ ਇਸ ਜਗਤ ਦੇ ਵਿੱਚ ਨਹੀਂ ਹੋਣਾ ਚਾਹੀਦਾ। ਅੱਜ ਇਸ ਸੰਸਾਰ ਦੇ ਵਿੱਚ ਜਿਸ ਚੀਜ਼ ਨੇ ਲੋਕਾਂ ਨੂੰ ਇਕੱਠਾ ਕੀਤਾ ਹੋਇਆ ਉਹ ਹੈ ਪਵਿੱਤਰ ਆਤਮਾ ਦਾ ਪ੍ਰਭਾਵ। ਜਦੋਂ ਧਰਤੀ ਦੇ ਉੱਤੋਂ ਕਲੀਸਿਆ ਚੁੱਕ ਲਈ ਜਾਏਗੀ ਤਾਂ ਰੋਕਣ ਵਾਲਾ ਵੀ ਇਸ ਧਰਤੀ ਤੋਂ ਚਲਾ ਜਾਏਗਾ ਅਤੇ ਇਹ ਸੰਸਾਰ ਮਹਾਕਲੇਸ਼ ਦੇ ਵਿੱਚ ਦਾਖਲ ਹੋ ਜਾਏਗਾ। ਇਸ ਤੋਂ ਬਾਅਦ ਅਸੀਂ ਉਹਨਾਂ 24 ਬਜ਼ੁਰਗਾਂ ਦੇ ਬਾਰੇ ਜਾਣਿਆ ਜੋ ਸਵਰਗ ਦੇ ਵਿੱਚ ਚਿੱਟੇ ਬਸਤਰ ਪਾਏ ਹੋਏ ਅਤੇ ਆਪਣੇ ਸਿੰਘਾਸਨਾਂ ਦੇ ਉੱਤੇ ਬੈਠੇ ਹੋਏ ਹਨ। ਇਹ ਲੋਕ ਇਸ ਗੱਲ ਨੂੰ ਸਾਬਿਤ ਕਰਦੇ ਹਨ ਕਿ ਕਲੀਸਿਆ ਸਵਰਗ ਦੇ ਵਿੱਚ ਚੁੱਕ ਲਈ ਗਈ ਹੈ। ਅਸੀਂ ਇਹਨਾਂ ਬਜ਼ੁਰਗਾਂ ਦੀ ਮਹੱਤਵਤਾ ਨੂੰ ਜਾਣਿਆ। ਇਹ ਕਲੀਸਿਆ ਦੇ ਪ੍ਰਤੀਨਿਧੀ ਹਨ। ਅਸੀਂ ਜਾਣਿਆ ਕਿ ਨਵੇਂ ਨੇਮ ਦੇ ਵਾਅਦੇ ਇਸ ਨੂੰ ਸਾਬਿਤ ਕਰਦੇ ਹਨ ਕਿ ਕਲੀਸਿਆ ਸਵਰਗ ਦੇ ਵਿੱਚ ਪਹੁੰਚ ਚੁੱਕੀ ਹੈ। ਪੁਰਾਣੇ ਨੇਮ ਦੀ ਸਿੱਖਿਆ ਵੀ ਇਸ ਨੂੰ ਸਾਬਿਤ ਕਰਦੀ ਹੈ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਤੇ ਤੁਹਾਨੂੰ ਜ਼ਰੂਰ ਆਸ਼ੀਸ਼ ਮਿਲੀ ਹੋਵੇਗੀ। ਹੁਣ ਸਾਨੂੰ ਇਜਾਜ਼ਤ ਦਿਓ ਕਿਉਂਕਿ ਹੁਣ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਮਾਂ ਹੋ ਗਿਆ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਵਚਨ ਵਾਸਤੇ। ਪ੍ਰਭੂ, ਤੁਸੀਂ ਸਾਨੂੰ ਆਖਰੀ ਦਿਨਾਂ ਦੀਆਂ ਗੱਲਾਂ ਬਾਰੇ ਸਿਖਾ ਰਹੇ ਹੋ। ਪ੍ਰਭੂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਕਿ ਤੁਸੀਂ ਅੱਜ ਸਾਨੂੰ ਸਿਖਾਇਆ ਕਿ ਆਉਣ ਵਾਲੇ ਸਮੇਂ ਜਦ ਮਹਾਕਲੇਸ਼ ਦਾ ਸਮਾਂ ਹੋਏਗਾ ਉਸ ਸਮੇਂ ਕਿਸ ਤਰ੍ਹਾਂ ਦੀ ਘਟਨਾਵਾਂ ਵਾਪਰਨਗੀਆਂ। ਤੁਸੀਂ ਸਾਨੂੰ ਸਿਖਾਇਆ ਕਿ ਉਹ ਬਹੁਤ ਹੀ ਮੁਸ਼ਕਲ ਭਰੇ ਦਿਨ ਹੋਣਗੇ, ਪਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਜੀ ਤੁਸੀਂ ਸਾਨੂੰ ਉਹਨਾਂ ਮੁਸ਼ਕਲ ਭਰੇ ਦਿਨਾਂ 'ਚੋਂ ਬਾਹਰ ਕੱਢ ਲਿਆ ਹੈ। ਸਾਨੂੰ ਪ੍ਰਭੂ ਜੀ ਉਸ ਤੋਂ ਪਹਿਲਾਂ ਹੀ ਸਵਰਗ ਦੇ ਵਿੱਚ ਦਾਖਲ ਕਰਾਤਾ ਹੈ। ਪਿਤਾ, ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ। ਸਾਡੀ ਪ੍ਰਾਰਥਨਾ ਪ੍ਰਭੂ, ਜਿੰਨੇ ਵੀ ਲੋਕ ਅੱਜ ਤੁਹਾਡੀ ਇਸ ਕਲੀਸਿਆ ਨੂੰ ਚੁੱਕੇ ਜਾਣ ਦੀ ਪ੍ਰਭੂ ਜੀ ਯੋਜਨਾ ਵਿੱਚ ਸ਼ਾਮਿਲ ਨਹੀਂ ਹਨ, ਪਿਤਾ ਉਹਨਾਂ ਤੇ ਕਿਰਪਾ ਕਰੋ ਤਾਂ ਕਿ ਪਿਤਾ ਪਰਮੇਸ਼ਰ ਆਪਣੇ ਜੀਵਨ ਨੂੰ ਤੁਹਾਡੇ ਹੱਥਾਂ 'ਚ ਸੌਂਪ ਦੇਣ। ਔਰ ਪ੍ਰਭੂ ਜੀ ਅਸੀਂ ਸਾਰੇ ਮਿਲ ਕੇ ਪ੍ਰਭੂ ਜੀ ਇਸ ਮਹਾਕਲੇਸ਼ ਤੋਂ ਬਚਦੇ ਹੋਏ ਤੁਹਾਡੇ ਸਵਰਗ ਦੇ ਰਾਜ ਵਿੱਚ ਦਾਖਲ ਹੋ ਸਕੀਏ। ਧੰਨਵਾਦ ਕਰਦੇ ਪਿਤਾ ਪਰਮੇਸ਼ਰ, ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।